CBSE ਦਾ ਚੈਪਟਰ ਨੰਬਰ 12 ਇਲੈਕਟ੍ਰਿਸਿਟੀ ਨਾਲ ਡਿਸਕਸ ਕਰਾਂਗਾ। ਠੀਕ ਹੈ, ਹੁਣ ਸਾਨੂੰ ਪਤਾ ਹੈ ਕਿ ਸਾਡੀ ਡੇਲੀ ਲਾਈਫ ਦੇ ਵਿਚਕਾਰ ਜਿਹੜਾ ਇਲੈਕਟ੍ਰਿਸਿਟੀ ਦਾ ਕਿੰਨਾ ਜ਼ਿਆਦਾ ਯੂਜ਼ ਹੈ। ਅਸੀਂ ਤੇ ਵਿਦਆਊਟ ਇਲੈਕਟ੍ਰਿਸਿਟੀ ਆਪਣੀ ਲਾਈਫ ਨੂੰ ਸੋਚ ਵੀ ਨਹੀਂ ਸਕਦੇ। ਸਾਡੀ ਲਾਈਫ ਬਿਨਾਂ ਇਲੈਕਟ੍ਰਿਸਿਟੀ ਦੇ ਪੋਸੀਬਲ ਹੀ ਨਹੀਂ ਹੈ, ਰਾਈਟ। ਹੁਣ ਜਿਵੇਂ ਸਾਡੇ ਘਰ ਦੇ ਵਿੱਚ ਲਾਈਟ ਜਗਾਉਣੀ ਹੈ ਤਾਂ ਵੀ ਸਾਨੂੰ ਉੱਥੇ ਇਲੈਕਟ੍ਰਿਸਿਟੀ ਚਾਹੀਦੀ ਹੈ, ਠੀਕ ਹੈ ਨਾ। ਅਸੀਂ ਆਪਣੇ ਫੋਨ ਮੋਬਾਈਲ ਜਾਂ ਕੁਛ ਵੀ ਆਪਾਂ ਚਾਰਜ ਕਰਨਾ ਹੈ, ਕੋਈ ਡਿਵਾਈਸ ਚਾਰਜ ਕਰਨਾ ਹੈ ਤਾਂ ਵੀ ਸਾਨੂੰ ਇਲੈਕਟ੍ਰਿਸਿਟੀ ਚਾਹੀਦੀ ਹੈ, ਠੀਕ ਹੈ ਨਾ। ਤੋ ਸਾਡੀ ਲਾਈਫ ਦੇ ਵਿਚਕਾਰ ਉਹਦਾ ਬਹੁਤ ਜ਼ਿਆਦਾ ਯੂਜ਼ ਹੈ ਨਾ। ਡੇ ਟੂ ਡੇ ਲਾਈਫ ਦੇ ਵਿਚਕਾਰ ਸਾਨੂੰ ਬਹੁਤ ਜ਼ਿਆਦਾ ਇਹਦੀ ਲੋੜ ਹੈਗੀ ਹੈ, ਰਾਈਟ। ਸੋ ਪਹਿਲਾਂ ਤਾਂ ਸਾਨੂੰ ਪਤਾ ਤਾਂ ਲੱਗਿਆ ਵੀ ਇਲੈਕਟ੍ਰਿਸਿਟੀ ਦਾ ਯੂਜ਼ ਕਿੱਥੇ ਕਿੱਥੇ ਹੁੰਦਾ ਹੈ, ਸਾਡੀ ਡੇਲੀ ਲਾਈਫ 'ਚ ਯੂਜ਼ ਹੈ। ਬਟ ਸਾਨੂੰ ਇਹ ਵੀ ਤਾਂ ਸਮਝਣਾ ਚਾਹੀਦਾ ਹੈ ਕਿ ਵੀ ਇਹਦਾ ਓਰੀਜਨ ਕਿੱਥੋਂ ਆ, ਹੈ ਨਾ। ਕਿ ਵੀ ਇਹ ਬੇਸਿਕਲੀ ਆਈ ਕਿੱਥੋਂ ਆ, ਸਾਨੂੰ ਇਹਦਾ ਓਰੀਜਨ ਸਾਨੂੰ ਸਮਝਣਾ ਪਏਗਾ ਨਾ। ਸੋ ਕੁਝ ਪੁਆਇੰਟਸ ਨੇ ਜਿਹੜੇ ਆਪਾਂ ਇਸ ਚੈਪਟਰ 'ਚ ਡਿਸਕਸ ਕਰਾਂਗੇ, ਠੀਕ ਹੈ। ਤੋ ਪੁਆਇੰਟ ਨੰਬਰ 1 ਹੈ, ਪੁਆਇੰਟ ਨੰਬਰ 1 ਆਪਾਂ ਪੜ੍ਹਾਂਗੇ ਇਲੈਕਟ੍ਰਿਕ ਕਰੰਟ ਐਂਡ ਸਰਕਿਟ। ਪੁਆਇੰਟ ਨੰਬਰ 2 ਆਪਾਂ ਪੜ੍ਹਾਂਗੇ ਇਲੈਕਟ੍ਰਿਕ ਪੋਟੈਂਸ਼ੀਅਲ ਐਂਡ ਪੋਟੈਂਸ਼ੀਅਲ ਡਿਫਰੈਂਸ। ਫਿਰ ਆਪਾਂ ਪੜ੍ਹਾਂਗੇ ਸਰਕਿਟ ਡਾਇਗਰਾਮ। ਫਿਰ ਆਪਾਂ ਪੜ੍ਹਾਂਗੇ ਓਹਮਸ ਲਾਅ। ਫਿਰ ਅਸੀਂ ਪੜ੍ਹਾਂਗੇ ਫੈਕਟਰ ਔਨ ਵਿਚ ਦਾ ਰੈਜ਼ਿਸਟੈਂਸ ਆਫ ਕੈਪੈਸਿਟਰ ਡਿਪੈਂਡਸ, ਮਤਲਬ ਜਿਹੜਾ ਰੈਜ਼ਿਸਟੈਂਸ ਹੈ ਕਿਹੜੇ ਕਿਹੜੇ ਫੈਕਟਰਸ ਦੇ ਉੱਪਰ ਡਿਪੈਂਡ ਕਰਦਾ ਹੈ। ਫਿਰ ਆਪਾਂ ਪੜ੍ਹਾਂਗੇ ਰੈਜ਼ਿਸਟੈਂਸ ਸੀਰੀਜ਼ ਅਤੇ ਪੈਰਲਲਸ ਵਿੱਚ। ਫਿਰ ਪੜ੍ਹਾਂਗੇ ਆਪਾਂ ਹੀਟਿੰਗ ਇਫੈਕਟ ਉਹਦਾ ਪੜ੍ਹਾਂਗੇ। ਫਿਰ ਲਾਸਟ 'ਚ ਆਪਾਂ ਪੜ੍ਹਾਂਗੇ ਇਲੈਕਟ੍ਰਿਕ ਪਾਵਰ, ਠੀਕ ਹੈ। ਤੋ 1 ਬਾਏ 1 ਇਹਨਾਂ ਟੌਪਿਕਸ ਨੂੰ ਮੈਂ ਡਿਸਕਸ ਕਰਾਂਗਾ। ਤੋ ਸਭ ਤੋਂ ਪਹਿਲਾਂ ਇਲੈਕਟ੍ਰਿਸਿਟੀ ਪੜ੍ਹਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਵਾਟ ਇਜ਼ ਚਾਰਜ, ਰਾਈਟ। ਸੋ ਕਿਉਂਕਿ ਸਭ ਕੁਛ ਤੇ ਕਹਾਣੀ ਜੋ ਹੈ ਬੇਸਿਕਲੀ ਉਹ ਚਾਰਜ ਦੀ ਹੀ ਹੈ ਨਾ। ਤੋ ਚਾਰਜ ਕੀ ਹੁੰਦਾ ਹੈ ਬੇਟਾ, ਜਦੋਂ ਕਿਸੇ ਵੀ ਬੋਡੀ ਵਿੱਚੋਂ ਇਲੈਕਟ੍ਰੋਨਸ ਨਿਕਲ ਜਾਣ ਜਾਂ ਉਹਦੇ ਵਿੱਚ ਇਲੈਕਟ੍ਰੋਨਸ ਆ ਜਾਣ, ਜਾਂ ਤਾਂ ਨਿਕਲ ਜਾਣ ਜਾਂ ਤਾਂ ਆ ਜਾਣ, ਦੋਵੇਂ ਕੰਡੀਸ਼ਨ 'ਤੇ ਸਾਡੀ ਜਿਹੜੀ ਬੋਡੀ ਹੈ ਉਹ ਚਾਰਜ ਹੋ ਜਾਂਦੀ ਹੈ, ਠੀਕ ਹੈ ਨਾ। ਓਕੇ, ਤੋ ਕੀ ਹੁੰਦਾ ਹੈ ਜਦੋਂ ਬੇਟਾ ਕੋਈ ਬੋਡੀ ਚਾਰਜ ਹੁੰਦੀ ਹੈ, ਮਤਲਬ ਕੋਈ ਬੇਟਾ ਦੂਸਰੀ ਚਾਰਜ ਬੋਡੀ ਕੀ ਐਕਸਪੀਰੀਅੰਸ ਕਰਦੀ ਹੈ ਬੇਟਾ, ਇਲੈਕਟ੍ਰਿਕ ਫੋਰਸ ਨੂੰ ਐਕਸਪੀਰੀਅੰਸ ਕਰਦੀ ਹੈ। ਤੋ ਚਾਰਜ ਇਜ਼ ਅ ਕਰੈਕਟਰਿਸਟਿਕਸ ਯੂਨਿਟ ਆਫ ਮੈਟਰ ਬਾਈ ਮੀਨਸ ਆਫ ਵਿਚ ਮੈਟਰ ਐਕਸਪੀਰੀਅੰਸ ਇਲੈਕਟ੍ਰਿਕ ਫੋਰਸ, ਹੈ ਨਾ। ਕੀ ਐਕਸਪੀਰੀਅੰਸ ਕਰੇਗੀ ਉਹ, ਜੇਕਰ ਕੋਈ ਬੋਡੀ ਚਾਰਜ ਹੈ ਤਾਂ ਜਿਹਦੇ ਕਰਕੇ ਦੂਸਰੀ ਬੋਡੀ ਕੀ ਐਕਸਪੀਰੀਅੰਸ ਕਰੇਗੀ, ਇਲੈਕਟ੍ਰਿਕ ਫੋਰਸ ਐਕਸਪੀਰੀਅੰਸ ਉਹ ਆਪ ਵੀ ਐਕਸਪੀਰੀਅੰਸ ਕਰੇਗੀ ਕਿਉਂਕਿ ਉਹ ਵੀ ਚਾਰਜ ਹੈ, ਠੀਕ ਹੈ। ਤੋ ਚਾਰਜ ਬੇਟਾ ਦੋ ਤਰ੍ਹਾਂ ਦਾ ਹੁੰਦਾ ਹੈ, ਇਲੈਕਟ੍ਰੋਨ ਐਂਡ ਪ੍ਰੋਟੋਨ। ਮਤਲਬ ਪ੍ਰੋਟੋਨ ਨੂੰ ਆਪਾਂ ਪੋਜ਼ਿਟਿਵ ਚਾਰਜ ਬੋਲ ਦਿੰਦੇ ਹਾਂ, ਇਲੈਕਟ੍ਰੋਨ ਨੂੰ ਆਪਾਂ ਨੈਗੇਟਿਵ ਚਾਰਜ ਬੋਲ ਦਿੰਦੇ ਹਾਂ। ਤਾਂ ਚਾਰਜਿਸ ਬੇਸਿਕਲੀ ਦੋ ਤਰ੍ਹਾਂ ਦੇ ਹੀ ਨੇ, ਇੱਕ ਨੈਗੇਟਿਵ ਵਾਲੇ, ਰਾਈਟ, ਇੱਕ ਪੋਜ਼ਿਟਿਵ ਵਾਲੇ। ਸਿਰਫ ਦੋ ਤਰ੍ਹਾਂ ਦੇ ਬੋਲਾਂਗੇ, ਨੈਗੇਟਿਵ ਐਂਡ ਪੋਜ਼ਿਟਿਵ, ਰਾਈਟ। ਅੱਛਾ, ਇਹਦਾ SI ਯੂਨਿਟ ਜਿਹੜਾ ਹੈ ਚਾਰਜ ਦਾ ਉਹ ਕੀ ਹੁੰਦਾ ਹੈ, ਕੂਲਮ ਹੁੰਦਾ ਹੈ। SI ਯੂਨਿਟ ਆਫ ਚਾਰਜ ਇਜ਼ ਕੂਲਮ, ਜਿਹਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਬਾਏ C। ਕਲੀਅਰ ਹੈ। ਤੋ ਕਿਸੇ ਬੋਡੀ ਉੱਪਰ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਕਿੰਨਾ ਚਾਰਜ ਹੈ ਅਤੇ ਕਿੰਨਾ ਚਾਰਜ ਨਹੀਂ ਹੈ, ਮਤਲਬ ਕਿਸੇ ਬੋਡੀ ਤੁਸੀਂ ਨੈਟ ਚਾਰਜ ਪਤਾ ਕਰਨਾ ਚਾਹੁੰਦੇ ਹੋ, ਉਸ ਨੂੰ ਆਪਾਂ ਟੋਟਲ ਚਾਰਜ ਵੀ ਬੋਲਦੇ ਹਾਂ। ਤਾਂ ਉਹਦੇ ਲਈ ਬੇਟਾ ਇੱਕ ਫਾਰਮੂਲਾ ਹੁੰਦਾ ਹੈ ਵਿਚ ਇਜ਼ Q ਇਜ਼ ਇਕੁਅਲ ਟੂ NE। N ਕੀ ਹੈ ਬੇਟਾ, ਕੋਈ ਵੀ ਨੰਬਰ, ਹੈ ਨਾ। N ਇਜ਼ ਏ ਨੰਬਰ ਆਫ ਇਲੈਕਟ੍ਰੋਨ, ਕੋਈ ਵੀ ਕਿੰਨੇ ਨੰਬਰ ਆਫ ਇਲੈਕਟ੍ਰੋਨਸ ਟਰਾਂਸਫਰ ਹੋਏ ਨੇ, ਹੈ ਨਾ। ਇੱਕ ਬੋਡੀ ਦੱਸਿਆ ਸੀ ਨਾ ਤੁਹਾਨੂੰ ਮੈਂ ਕਿ ਇੱਕ ਬੋਡੀ ਤੋਂ ਕਿੰਨੇ ਇਲੈਕਟ੍ਰੋਨ ਨਿਕਲ ਗਏ ਜਾਂ ਕਿੰਨੇ ਇਲੈਕਟ੍ਰੋਨਸ ਆ ਗਏ, ਉਹਨੂੰ ਪਤਾ ਕਰਨ ਦਾ ਫਾਰਮੂਲਾ ਕੀ ਹੁੰਦਾ ਹੈ, Q ਇਜ਼ ਇਕੁਅਲ ਟੂ NE, ਹੈ ਨਾ। ਜਾਣਗੇ ਤਾਂ ਵੀ NE ਲਗਾ ਦਾਂਗੇ, ਆਣਗੇ ਤੇ ਤਾਂ ਵੀ NE ਆਪਾਂ ਲਗਾ ਦਾਂਗੇ, ਠੀਕ ਹੈ ਨਾ। ਤਾਂ ਉਹਦਾ ਜਿਹੜਾ ਫਾਰਮੂਲਾ ਹੁੰਦਾ ਹੈ ਉਹ ਹੁੰਦਾ ਹੈ Q ਇਜ਼ ਇਕੁਅਲ ਟੂ NE, ਠੀਕ ਹੈ ਨਾ। ਤੋ ਇੱਥੇ E ਕੀ ਹੈ, E ਸਟੈਂਡ ਫॉर ਇਲੈਕਟ੍ਰੋਨ, ਹੈ ਨਾ। ਇਲੈਕਟ੍ਰੋਨ ਦੀ ਬੇਟਾ ਵੈਲਿਊ ਕਿੰਨੀ ਹੁੰਦੀ ਹੈ 1.6 ਇੰਟੂ 10⁻19 ਕੂਲਮ। ਇਹਨੂੰ ਆਪਾਂ ਯਾਦ ਰੱਖਣਾ ਹੈ, ਇਹਨੂੰ ਭੁੱਲਣਾ ਨਹੀਂ ਹੈ ਆਪਾਂ, ਠੀਕ ਹੈ। ਇਹਨੂੰ ਨੋਟ ਡਾਊਨ ਕਰ ਲਓ ਸਾਰੇ ਜਣੇ। ਓਕੇ, ਸੋ ਫਰਦਰ ਚੱਲਦੇ ਹਾਂ। ਹੁਣ ਆਪਾਂ ਪਤਾ ਕਰਨਾ ਚਾਹੁੰਦੇ ਹਾਂ ਕਿ ਵੀ ਕਿਉਂਕਿ ਆਪਾਂ ਕੀ ਪੜ੍ਹਿਆ ਹੁਣੇ, ਜਿਹੜਾ ਸਾਡੇ ਕੋਲ SI ਯੂਨਿਟ ਸੀ ਚਾਰਜ ਦਾ ਉਹ ਕੀ ਸੀਗਾ, ਕੂਲਮ ਸੀ, ਹੈ ਨਾ। ਹੁਣ ਸਾਨੂੰ ਪਤਾ ਕਰਨਾ ਚਾਹੀਦਾ ਕਿ ਇੱਕ ਕੂਲਮ ਦੇ ਵਿੱਚ ਕਿੰਨੇ ਨੰਬਰ ਆਫ ਇਲੈਕਟ੍ਰੋਨਸ ਹੋਣਗੇ, ਸਾਨੂੰ ਇਹ ਪਤਾ ਕਰਨਾ ਚਾਹੀਦਾ ਨਾ। ਤਾਂ ਉਹਦੇ ਲਈ ਫਾਰਮੂਲਾ ਹੁਣੇ ਆਪਾਂ ਲਿਖਦੇ ਹਾਂ। ਇਹ ਬਹੁਤ ਇੰਪੋਰਟੈਂਟ ਹੈ ਚੀਜ਼ ਜੋ ਤੁਹਾਨੂੰ ਕਰਵਾਉਣ ਜਾ ਰਹੇ ਹਾਂ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਫਾਰਮੂਲਾ ਆਏਗਾ Q ਇਜ਼ ਇਕੁਅਲ ਟੂ NE, ਰਾਈਟ। ਤੋ ਅਸੀਂ ਕਿੰਨੇ ਦਾ ਪਤਾ ਕਰਨਾ ਹੈ, 1 ਕੂਲਮ ਦਾ ਪਤਾ ਕਰਨਾ ਹੈ ਨਾ। ਤੋ NE ਨੰਬਰ ਹੈ, ਇਸੇ ਚੀਜ਼ ਨੂੰ ਆਪਾਂ ਫਾਈਂਡ ਆਊਟ ਕਰਨਾ ਹੈ, ਇਸੇ ਚੀਜ਼ ਨੂੰ ਆਪਾਂ ਫਾਈਂਡ ਆਊਟ ਕਰਨਾ ਹੈ,
तो ई की है इलैक्ट्रॉन, तो इलैक्ट्रॉन की वैल्यू कितनी होंगी 1.6 इंटू 10⁻⁻19 कूलम। तो जेकर आप एन की वैल्यू फाइंड आउट करांगे इट विल बी 1.6 इंटू 10⁻⁻19 कूलम। तो कूलम नाल कूलम कटिया गया बड़ा कितना आंसर आएगा, तुसीं कहते कैलकुलेशन करोगे 6.2 इंटू 10⁻18 आ जाएगा। एन का बेटा कोई भी यूनिट नहीं होंदा, राइट। तो इस करके इनू याद रखना कि एक कूलम दे विच कितने चार्जिस होंदे ने, उन्होंने आप याद रखांगे, राइट। एक कूलम दे विच कितने चार्ज होंदे ने उन्होंने आप याद करना है, वेरी वेरी इंपॉर्टेंट। प्लीज़ इन्हों नोट डाउन कर लेना, ठीक है। ओके नेक्स्ट है हुण शुरू होंदा है करंट, क्योंकि मेन करंट का जो बेस है वो है चार्ज फ्लो करनगे ताई तो करंट आएगा, है ना। जेकर मान लो तुहाडे कोल कोई कंडक्टर है, राइट, हियर इज ए कंडक्टर, राइट। कंडक्टर को बेटा की होंदे ने आउटर मोस्ट शैल च इलैक्ट्रॉन्स होंदे ने जिहड़े फ्लो करते हैं, चार्ज होंदे ने नैगेटिव चार्ज, बेटा ताई फ्लो जो बेटा फ्लो करते हैं, जो बेटा इलैक्ट्रॉन्स की करते हैं फ्लो करते हैं, उस तो बेटा आप बोलते हैं करंट बोलते हैं। जेकर फ्लो ही नहीं करने तो आप करंट किनू बोलना। तो चार्जिस का फ्लो होना मतलब जेकर इलैक्ट्रॉन मूव करते तो पॉजिटिव भी आप काउंट करते हैं कि वो भी मूव करते हैं, ठीक है। तो चार्जिस का फ्लो होना उन्होंने आप बोलते हैं करंट बोलते हैं, ठीक है। तो डिफाइन भी बड़ी ज़्यादा इंपॉर्टेंट है, दो डिफाइनस ने उन्होंने आप दोवां नूं वेखांगे। तो पहली डिफाइन है रेट ऑफ फ्लो ऑफ नैट चार्ज इज कॉल्ड करंट, है ना, कि किसी कंडक्टर के विचों कितना चार्ज फ्लो कर रहा है। तो चार्ज बारे आप ऑलरेडी पढ़ लिया है, कितना चार्ज फ्लो करता है दैट इज कॉल्ड करंट। तो करंट का जो सिंबल होंदा है विच इज़ आई, इहदा बेटा जो फॉर्मूला आएगा क्यू की फॉर्मूला होंदा आई इज इक्वल टू क्यू बाय टी। तो क्यू की वैल्यू आप ऑलरेडी पता की सी, एन ई भी हो सकती है, राइट। तो क्यू स्टैंड फॉर चार्ज, क्यू स्टैंड फॉर चार्ज, क्लियर है बेटा। ओके सो फर्दर है दूसरी जी डिफाइन है यदि इलैक्ट्रिक करंट कैन आल्सो बी डिफाइंड एज द अमाउंट ऑफ चार्ज फ्लोइंग थ्रू अ यूनिट क्रॉस सैक्शन। असी की करते हैं कि अपने को एक कंडक्टर है, अपने को एक कंडक्टर है, इस कंडक्टर दे विच मान लो मैं क्या किया एक बैटरी लगा दी है पॉजिटिव नैगेटिव, राइट। ओके सो की होएगा बेटा ये जो बेटा पॉजिटिव साइड है जो बेटा आ साइड पॉजिटिव है, बेटा भी साइड पर की होएगी पॉजिटिव। बेटा इनू बोलते हैं पोटेंशियल डिफरेंस यानी वी। जो भी बेटा आप किसी सर्किट के पोटेंशियल डिफरेंस अप्लाई करते हैं तो वो की करता है, वो बेटा इलैक्ट्रॉन्स के उपर फोर्स लगाता है, जिस करके इलैक्ट्रॉन्स की करते हैं या चार्जिस की करते हैं, चार्जिस के फोर्स लगाता है, चार्जिस की करना शुरू कर देते हैं, फ्लो करना शुरू कर देते हैं। जिस तरह हुण इस बॉडी इस कंडक्टर कोल की सीगे इलैक्ट्रॉन सीगे ना, तो इन्होंने की करना शुरू कर देना, इलैक्ट्रॉन्स ने किधर जाना शुरू कर देना है, पॉजिटिव को जाना शुरू कर देना है, क्लियर है। मैं काउंट करता वहाँ कि इत्थे मान लो कि मैं क्रॉस सैक्शन बना लेना कोई, है ना, हेयर इज ए क्रॉस सैक्शन, क्रॉस सैक्शन। इस क्रॉस सैक्शन के विचों एक सैकेंड विच कितना चार्ज फ्लो करेगा, है ना, इस क्रॉस सैक्शन के विचों कितना चार्ज फ्लो करेगा उसनूं आपां की बोलते हैं करंट बोलते हैं। टाइम कितना होना चाहिए, एक सैकेंड विचकार कितने चार्ज फ्लो करनगे कित्थों, इस क्रॉस सैक्शन के विचों, उसनूं आपां की बोलते हैं करंट। तो ये जी डिफाइन है बहुत ज़्यादा इंपॉर्टेंट है, बोर्ड्स के एग्जाम से तुसीं इस डिफाइन को ही लिख के आओगे, ठीक है। तो मैं किहड़ी डिफाइन की गल कर रहा, मैं जी आ डिफाइन है वो गल कर रहा। ओके फर्दर है कि यदा बेटा यूनिट की आता है, यदि स्टडी की सी एम्पेयर ने, तो उसी के नाम तो बेटा यूनिट बन गया एम्पेयर, जो कि बेटा केड़ा यूनिट है, एस आई यूनिट है, यह भी पूछा जाता है। अच्छा वट इज़ एस आई यूनिट, ये भी पूछा जाता है कई बार, बहुत इंपॉर्टेंट है, ये भी एक नंबर का क्वेश्चन आता है। डिफाइन एज, हम देखो मैं तुम्हें पूरा एक्सप्लेन कर देना। देखो आप ऐसा करते हैं कि अपने को एक कंडक्टर है, राइट, यदि ऑलरेडी बेटा पॉजिटिव इधर साइड किसी नेगेटिव, आप बैटरी अप्लाई करते बेटा पोटेंशियल डिफरेंस आप अप्लाई किया इतने, राइट, बड़ी साइड पॉजिटिव छोटी साइड नेगेटिव, ठीक है। उनकी होएगा बेटा जो इलैक्ट्रॉन बेटा मूव करेगा किधर नूं, पॉजिटिव साइड बेटा मूव करना शुरू करेगा। ओके तो मैं काउंट करता है तो क्रॉस सैक्शन बना लेने आप, ठीक है। क्रॉस सैक्शन, किसी क्रॉस सैक्शन चों कितना टाइम आप लेना है, एक सैकेंड। एक सैकेंड चो मान लो बेटा कितना चार्ज फ्लो कराने, मान लो कितना चार्ज फ्लो कर रहा है, मान लो इतों दी इन्हों मान लेने आप 1 कूलम चार्ज फ्लो कर रहा है, कितना
1 ਕੂਲਮ ਚਾਰਜ ਫਲੋ ਕਰ ਰਿਹਾ ਕਿੰਨੇ ਸੈਕਿੰਡ ਦੇ ਵਿੱਚ 1 ਸੈਕਿੰਡ ਵਿੱਚ ਉਸ ਨੂੰ ਆਪਾਂ ਕੀ ਬੋਲਦੇ ਹਾਂ 1 एम्पेयर। सो बहुत इंपॉर्टेंट डिफाइन है कि 1 कूलम चार्ज 1 सैकेंड में फ्लो करना है या कह लो 1 सैकेंड 1 कूलम चार्ज जो फ्लो करता है किसी कंडक्टर के विचों उन्होंने आप बोलते हैं 1 एम्पेयर। बहुत ज़्यादा इंपॉर्टेंट डिफाइन है पेपर से तुहाडे पूछी जाने वाली डिफाइन होती है ठीक है। तो इनू भी आप जरा इंपॉर्टेंट कह दें बहुत ज़्यादा इंपॉर्टेंट है प्लीज़ नोट डाउन कर लेना। इहदा बेटा फॉर्मूला हुणे दस्सिया मैं C स्टैंड फॉर कूलम S स्टैंड फॉर सैकेंड राइट। अच्छा इस तो इलावा अच्छा डायरैक्शन ऑफ करंट किधर होएगा देखो जी मैं तुहानूं सिंपल समझा देना तुहानूं याद करने लई तुहानूं याद रहेगा कभी नहीं भुलेगा। हेयर इज़ ए कंडक्टर राइट ਇਹਦੀ बेटा एक साइड होंगी पॉजिटिव अगे तुहानूं सारा पोटेंशियल डिफरेंस समझावांगा की होंदा फिलहाल याद रखना है कि पॉजिटिव का पोटेंशियल हमेशा असीं हाई मान के चलते हैं इनू मान लेंगे आपां V नैगेटिव पोटेंशियल कितना मान के चलते हैं 0। सो पोटेंशियल हमेशा हाई किहदा होएगा पॉजिटिव का इधर होएगा नैगेटिव का हमेशा घट मन्निया जाता है ठीक है नैगेटिव का घट पॉजिटिव का हाई। तो बेटा करंट हमेशा फ्लो करता है हाई टू लो मतलब पॉजिटिव टू नैगेटिव इनू कहते हैं डायरैक्शन ऑफ करंट किधर होंदी है पॉजिटिव टू नैगेटिव। पर इलैक्ट्रॉन्स बेटा किधर मूव करते हैं वो मूव करते हैं तुहाडे नैगेटिव टू पॉजिटिव डायरैक्शन ठीक है। इलैक्ट्रॉन्स हमेशा उल्टा फ्लो करनगे जिन्हों आप कहते बोलते हैं इलैक्ट्रॉनिक करंट। इलैक्ट्रॉन्स का जो मोशन है वो मोशन का बोलते हैं आप इलैक्ट्रॉनिक करंट ठीक है। तो जोड़ा पॉजिटिव नैगेटिव है बेटा उन्होंने आप बोलते